ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਖੇਤੀ ਉਤਪਾਦਨਾਂ ਦੇ ਵਿੱਚ ਵਾਧੇ ਲਈ ਨਵੀਂ ਜੈਨੇਟਿਕਸ ਤਕਨੀਕ ਸੰਬੰਧੀ ਇੱਕ ਮਹੱਤਵਪੂਰਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਫੈਡਰੇਸ਼ਨ ਆਫ ਸੀਡਸ ਇੰਡਸਟਰੀ ਆਫ ਇੰਡੀਆ ਵੱਲੋਂ ਸਪਾਂਸਰ ਕੀਤਾ ਗਿਆ। ਇਸ ਮੌਕੇ ਤੇ ਮਾਹਿਰਾਂ ਵੱਲੋਂ ਖੇਤੀ ਵਿੱਚ ਨਵੀਆਂ ਤਕਨੀਕਾਂ, ਬਿਹਤਰ ਬੀਜ ਅਤੇ ਉਤਪਾਦਨ ਵਧਾਉਣ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਵਰਕਸ਼ਾਪ ਬਾਰੇ ਜਾਣਕਾਰੀ ਦੇਣ ਲਈ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ, ਜਿਸ ਰਾਹੀਂ ਕਿਸਾਨਾਂ ਨੂੰ ਇਸ ਦੇ ਮੁੱਖ ਉਦੇਸ਼ ਬਾਰੇ ਜਾਣੂ ਕਰਵਾਇਆ ਗਿਆ। ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇੱਕ ਨਵੀਂ ਇੱਕ ਦਿਨ ਦੀ ਵਰਕਸ਼ਾਪ ਆਰਗੇਨਾਈਜ਼ ਕੀਤੀ ਜਾ ਰਹੀ ਹੈ। ਇਹ ਜਿਹੜੀ ਵਰਕਸ਼ਾਪ ਹੈ ਇਹ ਹੈਗੀ ਹੈ ਨਿਊ ਟੈਕਨੋਲੋਜੀਜ਼ ਫॉर ਸਸਟੇਨੇਬਲ ਐਗਰੀਕਲਚਰ। ਇਹਦਾ ਮੇਨ ਮੰਤਵ ਹੈ ਕਿ ਜਿਹੜੀਆਂ ਵੀ ਅਸੀਂ ਮੇਨ ਸਾਡੇ ਫਾਰਮਰਸ ਦੀ ਜਿਹੜੀ ਪ੍ਰੋਡਕਟਿਵਿਟੀ, ਉਹਨਾਂ ਦੇ ਖੇਤਾਂ ਦੇ ਵਿੱਚ ਉਹਨਾਂ ਦੇ ਝਾੜ ਵਧਣ, ਉਹਨਾਂ ਦੀ ਆਮਦਨੀ ਵਧੇ। ਉਸ ਕਰਕੇ ਬਹੁਤ ਸਾਰੀਆਂ ਨਵੀਆਂ ਟੈਕਨੋਲੋਜੀਜ਼ ਹੈ ਜਿਹੜੀਆਂ ਸਾਨੂੰ ਹੈਲਪ ਕਰ ਸਕਦੀਆਂ ਸਾਡੇ ਫਾਰਮਰਸ ਦੇ। ਇੱਕ ਇਹਦਾ ਜਿਹੜਾ ਟੌਪਿਕ ਵੀ ਰੱਖਿਆ ਸੀ ਨਿਊ ਟੈਕਨੋਲੋਜੀਜ਼ ਫॉर ਸਸਟੇਨੇਬਲ ਐਗਰੀਕਲਚਰ, ਤਾਂ ਕਿ ਵੀ ਜਿੰਨਾ ਕਿਤੇ ਜਿੱਦਾਂ ਹੁਣ ਆਪਾਂ ਨੂੰ ਲੱਗਦਾ ਪਈ ਕਿ ਆ ਝਾੜ ਘਟ ਗਿਆ, ਕਿਸੇ ਕਿਸਾਨ ਨੂੰ ਲੱਗਦਾ ਸਾਡੀ ਆਮਦਨੀ ਦੇ ਵਿੱਚ ਕਿਤੇ ਕਟੌਤੀ ਆਈ ਹੈ, ਉਹਦੇ ਨਾਲ ਕਿ ਸਾਡੇ ਕੋਲ ਅੱਜ ਕੱਲ੍ਹ ਜਿੱਦਾਂ ਦਾ ਕਲਾਈਮੇਟ ਦਾ ਬਦਲਾਅ ਆ ਰਿਹਾ, ਉੱਥੇ ਨਵੀਆਂ ਸਾਡੇ ਕੋਲ ਚੈਲੰਜ ਵੀ ਉੱਭਰ ਕੇ ਆ ਰਹੇ ਆ। ਕਿਤੇ ਸਾਨੂੰ ਕਣਕ ਦੇ ਵਿੱਚ ਹੀਟ ਸਟ੍ਰੈਸ ਨੂੰ ਟਾਕਰਾ ਕਰਨਾ ਪੈ ਜਾਂਦਾ ਹੈ, ਕਿਤੇ ਮੱਕੀ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਾਣੀ, ਤੁਸੀਂ ਪਿਛਲੇ ਸਾਲ ਦੇਖਿਆ ਹੀ ਹੈ ਕਿ ਕਿੱਦਾਂ ਫਲੱਡਸ ਨੇ ਕਿੰਨੇ ਐਗਰੀਕਲਚਰ ਦਾ ਨੁਕਸਾਨ ਕੀਤਾ। ਸੋ ਇਹ ਵਰਕਸ਼ਾਪ ਦਾ ਮੇਨ ਮੰਤਵ ਇਹ ਹੈਗਾ ਕਿ ਬਹੁਤ ਸਾਰੀਆਂ ਨਵੇਂ ਟੂਲਸ ਹੈ, ਟੈਕਨੋਲੋਜੀਜ਼ ਹੈ, ਉਹ ਸਾਰੇ ਅਸੀਂ ਕਿ ਕਿਹੜੀਆਂ ਟੈਕਨੋਲੋਜੀਜ਼ ਨੂੰ ਵਰਤ ਕੇ ਅਸੀਂ ਬਹੁਤ ਜਲਦੀ ਦੇ ਨਾਲ, ਇੱਕ ਤਾਂ ਹੁੰਦਾ ਨਾ ਸੀ ਜਿੱਦਾਂ ਪਹਿਲਾਂ ਪਲਾਂਟ ਬਰੀਡਿੰਗ ਦੇ ਨੁਕਤੇ ਤਿਆਰ ਕਰਕੇ 10-10 12-12 ਸਾਲ ਦੇ ਵਿੱਚ ਇੱਕ ਨਵੀਆਂ ਵੈਰਾਈਟੀਆਂ, ਨਵੇਂ ਹਾਈਬ੍ਰਿਡ ਤਿਆਰ ਕਰਦੇ ਸੀ। ਹੁਣ ਸਾਡੇ ਕੋਲ ਨਵੀਆਂ ਟੈਕਨੋਲੋਜੀਜ਼ ਹੈ, ਨਵੇਂ ਟੂਲ ਹੈ, ਜਿਹਦੇ ਕਰਕੇ ਅਸੀਂ ਉਸ ਟਾਈਮ ਨੂੰ ਘਟਾ ਕੇ ਆਪਣੇ ਜਿਹੜੇ ਪ੍ਰੋਡਕਟ ਹੈ, ਆਪਣੀਆਂ ਵੈਰਾਈਟੀਆਂ ਆਪਣੇ ਕਿਸਾਨ ਵੀਰਾਂ ਕੋਲ ਕਿੱਦਾਂ ਜਲਦੀ ਤੋਂ ਜਲਦੀ ਲੈ ਕੇ ਜਾ ਸਕਦੇ ਹਾਂ। ਇੱਕ ਸੈਕਿੰਡ ਇਹਦਾ ਮੇਜਰ ਆਬਜੈਕਟਿਵ ਹੈਗਾ ਰੈਗੂਲੇਸ਼ਨ ਪਾਰਟ। ਜਦੋਂ ਕੋਈ ਨਵੀਂ ਟੈਕਨੋਲੋਜੀ, ਤੁਸੀਂ ਸੁਣਿਆ ਹੀ ਹੋਣਾ BT ਕਾਟਨ, BT ਮੇਜ਼, ਸਾਡੇ ਸਾਰੇ ਕਿਸਾਨ ਵੀਰਾਂ ਨੂੰ ਜ਼ਿਆਦਾਤਰ ਹੋ ਜਾਂਦਾ ਕਿ ਪਤਾ ਨਹੀਂ ਕਿਹੜੀ ਜੀਨ ਕਿੱਧਰੋਂ ਪਾਈ ਹੈ, ਇਹਦੇ ਨਾਲ ਸਾਨੂੰ ਕੀ ਨੁਕਸਾਨ ਹੋ ਸਕਦਾ। ਤੇ ਉਹ ਵੀ ਹੋ ਜਾਂਦਾ ਕਿ ਹਾਂ ਇਹ ਪ੍ਰਾਈਵੇਟ ਦਾ ਹਾਈਬ੍ਰਿਡ ਹੈ, ਉਹਦੇ ਪੈਸੇ ਕਿੰਨੇ ਲੱਗਣਗੇ, ਅਸੀਂ ਫੋਰਸ ਹੋ ਸਕਦੇ ਹਾਂ ਕਿ ਸਾਨੂੰ ਇਹ ਸੀਡ ਖਰੀਦਣਾ ਹੀ ਪਏਗਾ। ਉਹਦੇ ਵਿੱਚ ਇਹ ਅੱਜ ਸਾਰੇ ਅਸੀਂ ਆਪਣੀ ਜਿਹੜੀ ਇਸ ਵਰਕਸ਼ਾਪ ਦੇ ਵਿੱਚ ਆਪਣੇ ਜਿੰਨੇ ਵੀ ਚੀਫ ਐਗਰੀਕਲਚਰ ਆਫੀਸਰਸ ਹੈ ਸਾਰੇ ਡਿਸਟ੍ਰਿਕਟਸ ਦੇ, ਉਹਨਾਂ ਦੇ ਨਾਲ ਉਹਨਾਂ ਦੇ ਹੋਰ ਐਕਸਟੈਂਸ਼ਨ ਦੇ ਜਿਹੜੇ ਆਫੀਸ਼ੀਅਲਸ ਹੈ, ਜਿਹੜੇ ਆਪਣੇ ਕਿਸਾਨ ਵੀਰਾਂ ਦੇ ਨਾਲ ਸਿੱਧਾ ਵਾਸਤਾ ਰੱਖਦੇ ਆ, ਉਹਨਾਂ ਨੂੰ ਬੁਲਾਇਆ ਹੋਇਆ। ਬਹੁਤ ਸਾਰੇ ਕਿਸਾਨ ਵੀਰਾਂ ਨੂੰ ਇਸ ਵਰਕਸ਼ਾਪ 'ਚ ਬੁਲਾਇਆ ਹੋਇਆ ਇਹੀ ਦੱਸਣ ਲਈ ਕਿ ਜਿਹੜੀ ਵੀ ਨਵੀਂ ਟੈਕਨੋਲੋਜੀ ਆਉਂਦੀ ਹੈ ਉਹਦੇ ਕਿਹੜੇ ਰੈਗੂਲੇਟਰੀ ਪੜਾਅ ਹੈਗੇ ਆ, ਕਿਹੜੀਆਂ ਏਜੰਸੀਆਂ ਹੈ। ਜਿੱਦਾਂ ਉਹਨਾਂ ਨੂੰ ਦੱਸਿਆ ਕਿ ਬਈ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰੀ ਦੇ ਥੱਲੇ ਹੈਗਾ, ਫਿਰ ਮਿਨਿਸਟਰੀ ਆਫ ਐਨਵਾਇਰਨਮੈਂਟ ਦੇ ਰੂਲਸ ਹੈਗੇ ਆ ਕਿ ਜੇ ਅੱਜ ਮੈਂ ਕੋਈ ਨਵੀਂ ਟੈਕਨੋਲੋਜੀ ਤਿਆਰ ਕਰਦੀ ਹਾਂ, ਉਹ ਮੈਨੂੰ ਆਪਣੇ ਕਿਸਾਨ ਵੀਰਾਂ ਤੱਕ ਲੈ ਕੇ ਜਾਣ ਦੇ ਲਈ ਇਹ ਸਾਰੀਆਂ ਕਮੇਟੀਆਂ, ਸਾਰੇ ਰੈਗੂਲੇਟਰੀ ਜਿਹੜੀਆਂ ਅਥਾਰਟੀਜ਼ ਹੈਗੀਆਂ, ਉਹਨਾਂ ਦੇ ਥਰੂ ਹੋ ਕੇ ਜਾਣਾ ਪਏਗਾ, ਤਾਂ ਕਿ ਫਿਰ ਸਾਡੇ ਕਿਸਾਨ ਵੀਰਾਂ ਦੇ ਜਿਹੜੇ ਮਨ ਦੇ ਵਿੱਚ ਅੰਦੇਸ਼ੇ ਹੈ ਕਈ ਵਾਰੀ ਕਿ ਪਤਾ ਨਹੀਂ ਇਹ ਨਵੀਂ ਟੈਕਨੋਲੋਜੀ ਕਾਹਦੇ ਲਈ ਆ ਗਈ ਹੈ ਤਾਂ ਮੈਨੂੰ ਕੀ ਨੁਕਸਾਨ ਹੋ ਸਕਦਾ ਹੈ। ਇੱਕ ਮੈਨੂੰ ਬੜੀ ਪੁਰਾਣੀ, ਜਦੋਂ ਸਾਡੇ ਭਾਖੜਾ ਨੰਗਲ ਡੈਮ ਦਾ ਸੀਗਾ ਨਾ ਜੀ, ਉਦੋਂ ਸਾਡੇ ਕਿਸਾਨ ਵੀ ਜਦੋਂ ਬਿਜਲੀ, ਉਹਨਾਂ ਨੂੰ ਲੱਗਦਾ ਸੀ ਕਿ ਇਹ 'ਚੋਂ ਬਿਜਲੀ ਕੱਢ ਲੈਣਗੇ ਤੇ ਕਿਤੇ ਪਾਣੀ ਸਾਡੀ ਪੈਦਾਵਾਰ ਘਟਾ ਦੇਗਾ। ਜਦੋਂ ਵੀ ਕੁਝ ਨਵੀਂ ਚੀਜ਼ ਆਉਂਦੀ ਹੈ ਨਾ, ਤੇ ਉਹਦੇ ਲਈ ਆਪਣੇ ਅੰਦਰ ਕੁਝ ਡਾਊਟ ਆਣਾ ਉਹ ਨੈਚੁਰਲ ਹੈ। ਤਾਂ ਅੱਜ ਇਸੇ ਕਰਕੇ ਬੁਲਾਇਆ ਸੀਗਾ ਕਿ ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਉਹਨਾਂ ਦੀ ਸਾਨੂੰ ਜ਼ਰੂਰਤ ਹੈ, ਕਿਉਂਕਿ ਅਸੀਂ ਆਪਣੀ ਪ੍ਰੋਡਕਟਿਵਿਟੀ ਨੂੰ ਸਸਟੇਨ ਕਰਨਾ ਹੈ। ਜੋ ਸਾਡੀ ਉਪਜ ਦੇ ਪੰਜਾਬ ਗ੍ਰੀਨ ਰੈਵੋਲੂਸ਼ਨ ਦੇ ਲਈ ਅਗਾਂਹ ਵਧੂ ਰਿਹਾ, ਹੁਣ ਜਿਹੜੀ ਜੀਨ ਐਵੋਲੂਸ਼ਨ ਆਈ ਹੈ ਉਹਦੇ ਲਈ ਵੀ ਅਸੀਂ ਅਗਾਂਹ ਹੀ ਰਹਿਣਾ। ਪੰਜਾਬ ਹਮੇਸ਼ਾ ਹੀ ਨੰਬਰ 1 ਤੇ ਰਿਹਾ, ਤੇ ਹੁਣ ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਨੂੰ ਅਪਣਾ ਕੇ ਵੀ ਅਸੀਂ ਪਹਿਲੇ ਨੰਬਰ ਤੇ ਹੀ ਰਹਿਣਾ। ਆਪਣੇ ਕਿਸਾਨਾਂ ਦੀ ਜਿੰਨੀ ਵੀ ਪ੍ਰੋਡਕਟਿਵਿਟੀ ਹੈ ਸਾਰੀਆਂ ਮੇਜਰ ਕ੍ਰੌਪਸ ਦੇ ਵਿੱਚ, ਚਾਹੇ ਉਹ ਸਬਜ਼ੀਆਂ ਆ, ਚਾਹੇ ਉਹ ਕਣਕ, ਝੋਨਾ, ਮੱਕੀ ਹੈ, ਸਾਰਿਆਂ ਦੇ ਵਿੱਚ ਅਸੀਂ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਆਪਣਾ ਝਾੜ ਔਰ ਜਿਹੜੇ ਨਵੇਂ ਕੀੜੇ ਆਉਂਦੇ, ਜਿੱਦਾਂ ਹੁਣ ਮੱਕੀ 'ਚ ਸਾਰਿਆਂ ਨੂੰ ਹੈ ਪਾਲ ਆਰਮੀ ਵਰਮ ਆ ਗਿਆ, ਕਾਟਨ ਦੇ ਵਿੱਚ ਪਿੰਕ ਵਾਲਮ ਆ ਗਿਆ, ਜਿੰਨੇ ਵੀ ਇਹ ਨਵੇਂ ਕੀੜੇ, ਨਵੀਆਂ ਬਿਮਾਰੀਆਂ ਆਉਂਦੀਆਂ, ਇਹਨਾਂ ਸਾਰੀਆਂ ਨਵੀਆਂ ਟੈਕਨੋਲੋਜੀਜ਼ ਦੇ ਨਾਲ PAU ਪੂਰੀ ਤਰ੍ਹਾਂ ਤਿਆਰ ਹੈ ਉਹਨਾਂ ਦਾ ਟਾਕਰਾ ਕਰਨ ਲਈ, ਤੇ ਆਪਣੇ ਕਿਸਾਨ ਵੀਰਾਂ ਦੇ ਕੋਲ ਨਵੀਆਂ ਵੈਰਾਈਟੀਆਂ, ਨਵੇਂ ਹਾਈਬ੍ਰਿਡ ਜਲਦੀ ਤੋਂ ਜਲਦੀ ਲੈ ਕੇ ਜਾਣ ਲਈ। ਕਿੰਨੇ ਕਿਸਾਨ ਆਏ? ਅੱਜ ਜੀ ਤਕਰੀਬਨ 13-14 ਕਿਸਾਨ ਆਏ,
ਤੇ ਆਪਣੇ ਜਿਹੜੇ ਸਾਰੇ ਡਿਸਟ੍ਰਿਕਟਾਂ ਦੇ ਚੀਫ ਐਗਰੀਕਲਚਰ ਆਫੀਸਰਸ ਆਏ ਦੇ ਆ, ਨਾਲ ਜਿਹੜੇ ਐਡੀਸ਼ਨਲ ਡਾਇਰੈਕਟਰ ਆਫੀਸਰਸ, ਐਕਸਟੈਂਸ਼ਨ ਆਫੀਸ਼ੀਅਲਸ ਆਏ ਹੋਏ ਆ। ਇਸ ਸਾਡੀ ਵਰਕਸ਼ਾਪ ਦੇ ਵਿੱਚ ਤਕਰੀਬਨ 150 ਪਾਰਟਿਸਿਪੈਂਟਸ ਹੈ ਜੀ। ਤੇ ਜਿਹੜੇ ਨਵੇਂ ਰਿਸਰਚਰਸ ਹੈ, ਈਵਨ ਤੁਸੀਂ ਸੁਣਿਆ ਹੋਣਾ ਇੱਕ ਝੋਨੇ ਦੀ ਨਵੀਂ ਵੈਰਾਈਟੀ ਜੀਨ ਐਡਿਟ ਹੋਈ ਹੈ, ਉਹ धान 100 उधर अपना जो इंडियन इंस्टीट्यूट ऑफ हैदराबाद का है राइस रिसर्च का, उन्होंने साइंटिस्ट को असी बुलाया कि उन्होंने वो जी जीन एडिट करके जी झोने की नवी वैरायटी किमें तैयार की, ताकि साढ़े सारे किसानों को पता लग जाए कि ये टेक्निक्स कितना काम करदियाँ। इवन साढ़े कोल एग्जीक्यूटिव डायरैक्टर नाभी है जोड़ा अपना इधर है नैशनल इंस्टीट्यूट ऑफ एग्रो बिजनेस एंड बायो मैन्युफैक्चरिंग का मोहाली दे विच, ਉਹਨਾਂ ਦੇ ਐਗਜ਼ੀਕਿਊਟਿਵ ਡਾਇਰੈਕਟਰ ਆਏ ਹੋਏ ਆ ਇਸੇ ਦੱਸਣ ਲਈ ਕਿ ਕਿਹੜੀਆਂ ਨਵੀਆਂ ਟੈਕਨੋਲੋਜੀਜ਼ ਹੈ ਉਹਨਾਂ ਦੇ ਕੋਲ ਕੀ ਹੈ, ਤਾਂ ਕਿ ਅਸੀਂ ਇੰਟਰ ਇੰਸਟੀਟਿਊਸ਼ਨਲ ਕੋਲੈਬੋਰੇਸ਼ਨਸ ਕਰ ਲਈਏ। ਤੇ ਜਿਹੜੀ ਇਹ ਸਾਰੀ ਵਰਕਸ਼ਾਪ ਹੈ ਇਹਨੂੰ ਸਪੋਰਟ ਕਰਨ ਵਾਲੀ ਜਿਹੜੀ ਹੈਗੀ ਹੈ ਉਹ ਫੈਡਰੇਸ਼ਨ ਆਫ ਸੀਡ ਇੰਡਸਟਰੀ ਆਫ ਇੰਡੀਆ ਹੈ। ਮੇਰੇ ਨਾਲ ਡਾਕਟਰ ਪਰੇਸ਼ ਵਰਮਾ ਜੀ ਹੈ, ਹੀ ਇਜ਼ ਅ ਡਾਇਰੈਕਟਰ ਜਨਰਲ ਆਫ FSII। ਸੋ ਇਹ ਜਿੰਨੀਆਂ ਵੀ ਸੀਡ ਇੰਡਸਟਰੀਜ਼ ਹੈ ਆਪਣੇ, ਈਵਨ ਇਹਦੇ ਵਿੱਚ ਸਿਰਫ ਅਸੀਂ ਐਕਸਟੈਂਸ਼ਨ ਆਫੀਸ਼ੀਅਲਸ ਤੇ ਕਿਸਾਨ ਵੀਰ ਹੀ ਨਹੀਂ ਹੈ, ਜਿੰਨੀਆਂ ਵੀ ਵੱਡੀਆਂ ਕੰਪਨੀਜ਼ ਹੈਗੀਆਂ ਜਿਹੜੇ ਸਾਡੇ ਐਗਜ਼ੈਕਟ ਸਟੇਕ ਹੋਲਡਰਸ ਹੈ, ਚਾਹੇ ਉਹ ਮਾਈਕੋ ਹੈ, ਬਾਇਰਸ ਹੈ, ਕੋਰਟੇਵਾ ਹੈ, ਜਿਹੜੀਆਂ ਪਾਰਟ ਉਹ ਹੈ ਪ੍ਰਾਈਵੇਟ ਕੰਪਨੀਜ਼ ਦੇ ਨੁਮਾਇੰਦੇ ਵੀ ਸਾਰੇ ਆਏ ਹੋਏ ਹਨ। ਸੋ ਇਹ ਜਿਹੜੀ ਸਾਨੂੰ ਥੈਂਕਫੁਲ ਹਾਂ ਅਸੀਂ ਫੈਡਰੇਸ਼ਨ ਆਫ ਸੀਡ ਇੰਡਸਟਰੀ ਆਫ ਇੰਡੀਆ ਦੇ, ਜਿਨ੍ਹਾਂ ਨੇ ਇਸ ਵਰਕਸ਼ਾਪ ਲਈ PAU ਨੂੰ ਚੁਣਿਆ। ਇਹ ਕਰਾਉਂਦੇ ਆ ਵਰਕ, ਇਹਦਾ ਮੇਨ ਅਵੇਅਰਨੈਸ ਦੇ ਲਈ ਕਰਾਉਂਦੇ ਆ ਵਰਕਸ਼ਾਪਸ, ਤਾਂ ਕਿ ਸਾਰੇ ਕਿਸਾਨ ਵੀਰਾਂ ਨੂੰ ਪਤਾ ਲੱਗ ਜਾਏ। ਔਰ ਐਤਕੀ ਇਹਨਾਂ ਨੇ ਸਾਡੇ PAU ਨੂੰ ਚੁਣਿਆ, ਸੋ ਇਹਨਾਂ ਦੇ ਧੰਨਵਾਦੀ ਹਾਂ। ਕਹਿ ਸਕਦੇ ਕੁੱਲ ਮਿਲਾ ਕੇ ਕਿਸਾਨਾਂ ਨੂੰ ਬੈਨੀਫਿਟ ਮਿਲੇਗਾ? ਕਿਸਾਨਾਂ ਨੂੰ ਇਹਦੇ ਨਾਲ ਉਹਨਾਂ ਦੇ ਬਹੁਤ ਬੈਨੀਫਿਟ ਪਏਗਾ, ਔਰ ਅਸੀਂ ਉਹਨਾਂ ਦੇ ਨਾਲ ਇੱਕ ਰਾਬਤਾ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਲੱਗੇ ਕਿ ਬਈ ਜਿੱਦੇ ਨਵੇਂ ਚੈਲੰਜ ਆ ਰਹੇ ਆ, ਆਪਾਂ ਦੇਖਿਆ ਹੀ ਆ ਸਾਡਾ ਪੌਣ ਪਾਣੀ ਦੇ ਵਿੱਚ ਕਲਾਈਮੇਟ ਚੈਲੰਜ ਹੈ, ਨਵੀਆਂ ਬਿਮਾਰੀਆਂ, ਨਵੇਂ ਕੀੜਿਆਂ ਦੇ ਚੈਲੰਜ ਹੈ। ਕਿਸਾਨ ਵੀਰਾਂ ਦੇ ਨਾਲ ਇਹੀ ਗੁਫ਼ਤਗੂ ਹੋਣਾ ਸੀਗਾ ਕਿ ਨਵੀਆਂ ਟੈਕਨੋਲੋਜੀਜ਼ ਹੈ, PAU ਉਹਨਾਂ ਸਾਰੀਆਂ ਨਵੀਆਂ ਟੈਕਨੋਲੋਜੀਜ਼ ਲਈ ਤਿਆਰ ਹੈ, ਤੇ ਉਹ ਜਿਹੜੀਆਂ ਟੈਕਨोलॉजीज है वो कितनियां सेफ है, किहड़े रेगुलेटरी मेजर्स है। पूछ रहे थे कि जो जेनेटिक टेक्नोलॉजीज़ हैं जिसका डॉक्टर संधू ने जिक्र किया, वो बीज के थ्रू ही किसान को मिलती है। तो किसान को सिर्फ अपना बीज चेंज करना है और प्रैक्टिस वही करेगा और ये टेक्नोलॉजीज़ उसमें काम करेगी। तो आपने पूछा था किसान को फ़ायदा क्या होगा। किसान की पैदावार बढ़ेगी, किसान को पेस्टिसाइड कम यूज़ करना पड़ेगा, उसका वीड मैनेजमेंट बेटर होगा, तो उससे उसकी उपज बढ़ेगी, उसकी कॉस्ट कम होगी और इनकम बढ़ेगी। और ये हमने जो देखा है, क्योंकि ये टेक्नोलॉजी सारे कंट्रीज़ में बाहर, जैसे डेवलप्ड कंट्रीज़ हैं अमेरिका, कनाडा, ऑस्ट्रेलिया, और या डेवलपिंग कंट्रीज़ हैं जैसे फिलीपींस है, बांग्लादेश है, साउथ अफ्रीका है, ब्राज़ील है, वहाँ पर ये 20, 25, 30 साल से ऑलरेडी फार्मर लगा रहे हैं और ऑलमोस्ट 80%, 90% अडॉप्शन रेट हो चुका है। क्योंकि जब किसान के लिए कोई अच्छी चीज़ होती है तो आप किसान को रोक नहीं सकते। हमने इंडिया में देखा BT कॉटन कितना जल्दी किसान ने उसको अडॉप्ट किया। तो इसी तरह से जहाँ भी ये टेक्नोलॉजी अप्रूव हुई है वहाँ पर किसानों ने इसको बहुत जल्दी अडॉप्ट किया है और उसका फ़ायदा मिला है। हमने इंडिया में BT कॉटन का फ़ायदा देखा था जब BT कॉटन अप्रूव हुई थी। तो किसान के लिए फ़ायदा होगा तभी किसान उसको अडॉप्ट करेगा। और जो मैडम कह रही थी कि यूनिवर्सिटी और इंडस्ट्री मिल के यही एफ़र्ट कर रहे हैं कि अच्छी टेक्नोलॉजी लाएं जिससे किसान को फ़ायदा हो, और सीड इंडस्ट्री उसके फिर उस टेक्नोलॉजी को लेके उसको, क्योंकि अल्टीमेटली बीज से ही वो किसान को मिलेगी, इसलिए सीड इंडस्ट्री का एक बहुत अहम रोल है कि उस टेक्नोलॉजी को नई वैरायटी में, नए हाइब्रिड में लाके और किसानों तक पहुंचाए। सर, आपने बाहर की बात की, अगर बाहर के वातावरण की बात करें तो बहुत शुद्ध है, बहुत अच्छा वातावरण। अपना वातावरण अगर इंडिया की बात करें, जैसे 3 मौसम इसमें आते हैं, सपोर्टेड है इतना, क्योंकि आप टेक्नोलॉजी तो ले आए हो, अगर वातावरण एक्सेप्ट नहीं इस चीज़ को करता तो कितना तो हमारे यहाँ जो टेक्नोलॉजी आएगी या जो आई है वो वही आएगी जो हमारे वातावरण में परफॉर्म करेगी। तो इसीलिए आपने जो मैडम ने कहा था कि बहुत ये रिगरस उसका इवैल्यूएशन होता है, उसको देखा जाता है कि हम जो कह रहे हैं वो हमारे वातावरण में, हमारे सॉइल कंडीशन में, हमारे सीज़न में और
हमारे लोकली अडेप्टेड वैरायटी या हाइब्रिड में वो परफॉर्म कर रहा है कि नहीं। और जब वो उसकी सब इवैल्यूएशन हो जाता है और कमेटी उसको, गवर्नमेंट कमिटीज़ हैं जो उसको देखती हैं, और जब सेटिस्फाई होती है तभी उसको फिर अप्रूव करती है। सर पंजाब का पानी बहुत नीचे जा रहा है, इससे जो हाँ जी। नहीं घटेगी है, हाँ जी। उससे पंजाब पानी बचेगा। तो एक पंजाब में तो बहुत बड़ी प्रॉब्लम है, आप कह रहे हैं पंजाब का पानी नीचे जा रहा है, लेकिन ये पानी की प्रॉब्लम या समस्या पूरे हिंदुस्तान की है। और ये उसके लिए इस टेक्नोलॉजी में एक ड्राउट टॉलरेंस की टेक्नोलॉजी भी है ना। तो जैसे बीटी कॉटन में तो सिर्फ बोलवर्म के अगेंस्ट रेजिस्टेंस था, लेकिन कुछ टेक्नोलॉजीज पाइपलाइन में हैं और कुछ ऑलरेडी इंडिया के बाहर कमर्शलाइज हो चुकी हैं जिसमें ड्राउट टॉलरेंस की टेक्नोलॉजी है। तो उससे डेफिनेटली जो वाटर टेबल जो नीचे जा रहा है वो रुकेगा, क्योंकि वो एक बड़ी प्रॉब्लम है। हम लोगों को, अभी आपने प्राइम मिनिस्टर का भी सुना होगा, वो उन्होंने वो दिया था, नारा दिया था, मोर क्रॉप पर ड्रॉप। तो ये पूरे इंडिया का एक्चुअली मैंडेट है कि हम ऐसे ही नई टेक्नोलॉजी लाएं जिसमें पानी की रिक्वायरमेंट कम हो, जिससे हम पानी बचा सकें और ज़्यादा जुडिशली यूज़ कर सकें। पंजाब के किसानों को क्या करना चाहिए? पंजाब के किसानों को हम ये बताना चाह रहे हैं, जैसे मैडम ने भी कहा, कि जो भी नई टेक्नोलॉजी आती है वो एक तो ये है कि तभी आएगी जब उनके फ़ायदे के लिए होगी। दूसरा, जो भी नई टेक्नोलॉजी आएगी वो पूरी तरह से उसकी जांच हो चुकी होगी, तभी वो टेक्नोलॉजी सरकार अप्रूव करेगी। और पंजाब के किसान तो हमेशा बहुत प्रोग्रेसिव रहे हैं, और हम यही चाहते हैं कि वो उस टेक्नोलॉजी को अडॉप्ट करते वक्त जो पीएयू की रिकमेंडेशन है, जो साइंटिस्ट कह रहे हैं, जो उसके बेनिफिट्स हैं, उसको वो देखें, क्योंकि उन्हें पता होना चाहिए कि हम क्या यूज़ कर रहे हैं। और एक पर्पज़ इस वर्कशॉप का, जैसे मैडम ने बताया था, ये भी है कि हम ये फार्मर्स को कम्युनिकेट कर पाएँ कि इस टेक्नोलॉजी के क्या फ़ायदे हैं और कितनी इसकी थरो इन्वेस्टिगेशन होता है, क्योंकि ये रेगुलेटेड टेक्नोलॉजी है। तो इसकी सेफ्टी असेसमेंट, इसका एनवायरनमेंट पे क्या असर पड़ रहा है, वो सारा इवैल्यूएट उसके बाद ही होता है। तो उनके मन में कोई शंका नहीं होनी चाहिए। जब वो नई टेक्नोलॉजी आएगी तो सबसे बड़ा मैसेज किसानों के लिए ये है कि जब कोई नई टेक्नोलॉजी सरकार आपके लिए अप्रूव कर रही है तो वो उसमें फिर आपको कोई शंका नहीं होनी चाहिए, क्योंकि सारे टेस्टिंग, सेफ्टी इवैल्यूएशन हो चुका है और आपके फ़ायदे की चीज़ है, तभी सरकार उसको आपके लिए अप्रूव कर रही है। आज पंजाब का किसान बहुत ज़्यादा परेशान है कीड़ों के अटैक से, अलग अलग नाम के, गन्ना हो गया, मकई हो गई, अलग। इस टेक्नोलॉजी में इस चीज़ को रोकथाम किसके अटैक से? कीड़ों के अटैक। कीड़ों हाँ के। जी। आप एक तो मैं पहले आप कह रहे थे ना, टेक्नोलॉजी कोई बाहर से आ जाके हम दे देंगे, ऐसा नहीं है। हम अपने, अगर मैंने अपनी ਮੱਕੀ ਦੇ ਵਿੱਚ ਜੇ ਮੈਂ ਕੁਝ ਉਸ ਇਹ ਸਾਰੇ ਜਿਹੜੇ ਨਵੇਂ ਟੂਲਸ ਦੇ ਨਾਲ ਯੂਜ਼ ਕਰਕੇ ਅਸੀਂ ਜਿਹੜੀ ਮੱਕੀ ਇੱਥੇ ਦੇ ਲਈ ਹੈ ਉਹਦੇ ਵਿੱਚ ਹੀ, ਜਿੱਦਾਂ ਹੁਣ ਅਸੀਂ ਫਾਲ ਆਰਮੀ ਵਰਮ ਹੈ, ਨਵਾਂ ਕੀੜਾ ਆ ਕਾਟਨ ਦੀ, ਮੈਂ ਜਿੱਦਾਂ ਗੱਲ ਕੀਤੀ ਪਿੰਕ ਬਾਲ ਵਰਮ ਹੈ, ਇਹ ਨਹੀਂ ਕਿ ਅਸੀਂ ਉੱਥੋਂ ਕੋਈ ਹੋਰ ਸੀਡ ਲਿਆ ਕੇ ਤੁਹਾਨੂੰ ਆਪਣੇ ਕਿਸਾਨਾਂ ਨੂੰ ਦੇਣਾ। ਅਸੀਂ ਆਪਣੀਆਂ ਹੀ ਕਿਸਮਾਂ 'ਚ ਜਿਹੜੀਆਂ ਇੱਥੋਂ ਦੀਆਂ ਉਹਦੇ ਵਿੱਚ ਆਹ ਜੈਨੇਟਿਕ ਨਵੀਆਂ ਟੈਕਨੀਕਾਂ ਦੇ ਨਾਲ ਉਹ ਜੀਨਸ ਪਾ ਕੇ ਜਾਂ ਉਹਨੂੰ ਇੰਪਰੂਵ ਕਰਕੇ ਉਹ ਟੈਕਨੋਲੋਜੀ ਲੈ ਕੇ ਆਉਣੀ ਹੈ। ਸੋ ਘੱਟੋ ਘੱਟ ਜਿਹੜੇ ਕਨਫਾਈਨਡ, ਅਸੀਂ ਉਹਨਾਂ ਨੂੰ ਟਰਾਇਲਸ ਕਹਿੰਦੇ, ਘੱਟੋ ਘੱਟ 3-4 ਸਾਲ ਰਿਗਰਸਲੀ ਉਹ ਇੱਥੇ ਲੱਗਣਗੇ। ਔਰ ਉਹ ਯੂਨੀਵਰਸਿਟੀ ਦੇ, ਮਤਲਬ ਜਦੋਂ ਈਵਨ ਕਨਫਾਈਨਡ ਟਰਾਇਲ ਦੇ ਵਿੱਚ ਅਸੀਂ ਇੱਕ ਨੋ ਆਬਜੈਕਸ਼ਨ ਸਰਟੀਫਿਕੇਟ ਵੀ ਦੇਣਾ ਹੁੰਦਾ ਨਾ ਜੀ ਟਰਾਇਲ ਕੰਡਕਟ ਕਰਨ ਲਈ, ਉਹਦੇ ਜਿਹੜੇ ਚੇਅਰਮੈਨ ਸਾਡੇ ਵਾਈਸ ਚਾਂਸਲਰ ਸਾਹਿਬ ਹੈ, ਜੇ ਉਹਨਾਂ ਨੂੰ ਈਵਨ ਟੈਕਨੋਲੋਜੀ ਨੂੰ ਟੈਸਟ ਕਰਨ ਤੋਂ ਪਹਿਲਾਂ ਹੀ ਜੇ ਕਿਤੇ ਕਿਸੇ ਸਾਇੰਟਿਸਟ ਨੂੰ ਜਾਂ ਜਿੱਦਾਂ ਸਾਡੇ ਇਸ ਯੂਨੀਵਰਸਿਟੀ ਦੇ ਮੁਖੀ ਵਾਈਸ ਚਾਂਸਲਰ ਸਾਹਿਬ ਨੂੰ ਲੱਗਦਾ ਹੈ ਕਿ ਨਹੀਂ ਇਹਨੂੰ ਟੈਸਟ ਕਰਨ ਨਾਲ ਵੀ ਕੁਝ ਨੁਕਸਾਨ ਹੋ ਸਕਦਾ, ਈਵਨ ਉਹਨੂੰ ਟੈਸਟ ਦੀ ਪਰਮਿਸ਼ਨ ਵੀ ਨਹੀਂ ਦਿੱਤੀ ਜਾਂਦੀ। ਇਸ ਕਰਕੇ ਇਹੀ ਕਿ ਬਹੁਤ ਸੇਫ ਹੈ। ਜਿਹੜੇ ਕੀੜੇ ਉਸੇ ਕਰਕੇ ਕਰ ਰਹੇ ਆ। ਹੁਣ ਤੁਸੀਂ ਦੇਖਿਆ ਹੀ ਹੈ ਕਿ ਜਿੱਦਾਂ ਜਦੋਂ BT ਕਾਟਨ ਆਈ ਸੀ, ਕਿੰਨੇ ਸਪਰੇ ਹੁੰਦੇ ਸੀ, ਕਿੰਨੇ ਘਟੇ ਆ। ਹੁਣ ਇੱਦਾਂ ਹੀ ਜਿਹੜਾ ਆਹ ਫਾਲ ਆਰਮੀ ਵਰਮ ਆਇਆ, ਅਸੀਂ ਉਹਦੇ ਵਿੱਚ, ਮੈਂ ਮੱਕੀ ਬਰੀਡਰ ਹਾਂ, ਅਸੀਂ ਉਹਦੇ 'ਚ 3 ਐਡੇ ਸਖਤ ਕੈਮੀਕਲ ਰਿਕਮੈਂਡ ਕੀਤੇ ਆ। ਕੋਰਾਜਨ ਹੈ, ਡੈਲੀਕੇਟ ਹੈ, ਕਿ ਫਾਰਮਰਾਂ ਨੂੰ ਐਟਲੀਸਟ 3 ਸਪਰੇ ਤਾਂ ਕਰਨੇ ਹੀ ਪੈਂਦੇ ਆ। ਜੇ ਕਿਤੇ ਸਾਨੂੰ ਨਵੀਂ ਟੈਕਨੋਲੋਜੀ ਦੇ ਨਾਲ ਇੱਦਾਂ ਦੀ ਕੋਈ ਹਾਈਬ੍ਰਿਡ ਆ ਜਾਂਦਾ ਜਿਹਦੇ ਵਿੱਚ ਉਹਨੂੰ ਫਾਲ ਆਰਮੀ ਵਰਮ ਨੂੰ ਟਾਕਰਾ ਕਰਨ ਦੀਆਂ ਸ਼ਕਤੀ ਹੈਗੀ ਹੈ, ਸਾਨੂੰ ਸਪਰੇ ਹੀ ਨਾ ਕਰਨਾ ਪਵੇ, ਉਹ ਸਾਡਾ ਵਾਤਾਵਰਨ ਵੀ ਬਚ ਜਾਏਗਾ
ਔਰ ਇੱਕ ਜਿੱਦਾਂ ਆਪਾਂ ਗੱਲ ਕੀਤੀ ਸਾਡਾ ਗਰਾਊਂਡ ਲੈਵਲ ਨੀਚੇ ਵਾਟਰ ਨੀਚੇ ਜਾ ਰਿਹਾ, ਉਹ ਇਸ ਕਰਕੇ ਕਿ ਅਸੀਂ ਸਿਰਫ ਕਣਕ ਝੋਨੇ ਦੇ ਉੱਤੇ ਆ। ਪੂਰੇ ਖਰੀਫ ਸੀਜ਼ਨ ਦੇ ਵਿੱਚ ਅਸੀਂ ਸਿਰਫ ਹੁਣ ਅੱਜ ਕੱਲ੍ਹ ਝੋਨਾ ਲਗਾ ਰਹੇ ਹਾਂ। ਪੂਰੇ 35 ਲੱਖ ਹੈਕਟੇਅਰ ਦੇ ਵਿੱਚ ਖਰੀਫ ਦੇ ਵਿੱਚ ਸਿਰਫ ਝੋਨਾ ਲੱਗ ਰਿਹਾ। ਪਹਿਲਾਂ ਮੱਕੀ ਲੱਗਦੀ ਹੁੰਦੀ ਸੀ, ਕਾਟਨ ਲੱਗਦੀ ਹੁੰਦੀ ਸੀਗੀ। ਹੁਣ ਇਹੀ ਮੱਕੀ ਤੋਂ ਕਈ ਕਿਸਾਨ ਡਰੀ ਜਾਂਦੇ ਕਿ ਨਹੀਂ ਜੀ ਕੀੜਾ ਆ ਜਾਊਗਾ ਤੇ ਅਸੀਂ ਕਿੱਦਾਂ ਕਰਨਾ। ਇਹੀ ਜੇ ਸਾਡੇ ਕੋਲ ਟੋਲਰੈਂਟ ਰੈਜ਼ਿਸਟੈਂਟ ਵੈਰਾਈਟੀਆਂ ਹੋਣਗੀਆਂ, ਹਾਈਬ੍ਰਿਡ ਹੋਣਗੇ, ਅਸੀਂ ਕ੍ਰੌਪ ਡਾਇਵਰਸਿਟੀ ਦੇ ਵਿੱਚ ਵੀ, ਕ੍ਰੌਪ ਡਾਇਵਰਸਿਫਿਕੇਸ਼ਨ ਦੇ ਵਿੱਚ ਵੀ ਪੰਜਾਬ ਦਾ ਚੰਗਾ हथ हो जाएगा। थैंक यू थैंक यू। नमस्कार, मेरा नाम अश्वनी पारिक है। मैं एग्जीक्यूटिव डायरेक्टर हूं एट NABI, नेशनल एग्री फूड बायो मैन्युफैक्चरिंग इंस्टीट्यूशन, जो कि मोहाली सेक्टर 80 में है, अंडर डिपार्टमेंट ऑफ बायोटेक्नोलॉजी। आज की ये जो वर्कशॉप पंजाब एग्रीकल्चर यूनिवर्सिटी ने ऑर्गेनाइज़ करी है, ये बहुत ही एक महत्वपूर्ण वर्कशॉप है, क्योंकि आज हमने जो चर्चा यहाँ की है, हमने चर्चा की है कि हम आने वाले टाइम में किसानों के लिए क्या अच्छा करें, किसानों के लिए क्या नई वैरायटीज़ लेकर आएँ और कितनी जल्दी लेकर आएँ नई टेक्नोलॉजी यूज़ करते हुए। इसमें हमने डिस्कस किया कि क्या हमारे पास क्या साधन अवेलेबल हैं, क्या टेक्नोलॉजीज़ अवेलेबल हैं, और हमने ये भी किसानों से डिस्कस किया कि उनको क्या चाहिए, उनके रिक्वायरमेंट क्या है, प्रायोरिटी क्या है, क्या वो चाहते हैं धान में नई किस्में आएँ, अगर आएँ तो क्या कम पानी वाली आएँ या अधिक तापमान को नियंत्रित करने वाली आए, या फिर मेज़ में आए, या फिर बनाना में आए। ऐसी बातें हमने की, और ये जो डिस्कशन आज हुआ उससे बहुत महत्वपूर्ण चीज़ें निकल कर आई हैं। उससे हमें ये पता लगा है कि ये जो टेक्नोलॉजी है, जीन एडिटिंग टेक्नोलॉजी, जो आज हमने यहाँ जेनेटिक्स की बेस पे डिस्कस करी है, ये एक ऐसी टेक्नोलॉजी है जो बहुत ही सेफ टेक्नोलॉजी है, और जिसको आज का किसान जो है और आज का जो कंज्यूमर है बहुत खुश होकर लेने को तैयार है। और क्योंकि हम ये जानते हैं कि इसको लाने के लिए रिसर्च से एक कंज्यूमर तक लाने के लिए बहुत सारे लेवल ऑफ रेगुलेशंस की रिक्वायरमेंट है, और हमारी जो गवर्नमेंट ऑफ इंडिया की सिस्टम है बहुत ही एक वर्ल्ड का एक बेस्ट रेगुलेटेड सिस्टम है, जहां हम कोई भी चीज़ लाने से पहले, मार्केट में किसानों तक लाने से पहले पूरी उसकी प्रूफ पीट कर सेफ्टी रेगुलेशंस को तरफ ध्यान देते हुए उसको फिर मार्केट में लेकर आते हैं। तो पूरा विश्वास है कि नई टेक्नोलॉजीज़ नई किस्में लेकर आएंगी, और आने वाले समय में जबकि हम जानते हैं कि एक हिंदुस्तान आज एक विश्व का ऐसा देश है जहाँ जनसंख्या सबसे ज़्यादा है, हम 10 मिलियन होने वाले हैं यहाँ पर। तो इसमें वर्ल्ड में तो ये ऐसे लोगों के लिए खाना कहाँ से आएगा जब तक हम नई टेक्नोलॉजीज़ को नहीं ईजाद करेंगे। आप ये जानिए, पिछले 10,000 सालों में जो ह्यूमन मैनकाइंड ने जितना खाना खा लिया है, उतना पिछले 50 सालों में हमने खा लिया है, और उतना ही अगले 30 साल में हम खाने वाले हैं, अगर इसी तरह से विश्व की जो पॉपुलेशन वो इंक्रीज हुई। ये हम तभी इंश्योर कर पाएंगे सबके पास पर्याप्त खाना हो और वो पोषण वाला हो, यदि हम नई टेक्नोलॉजी को यूज़ करते हुए, उनको एम्ब्रेस करते हुए नई वैरायटीज़ का इज़हार करें, और जहाँ तक हो सके फार्मर्स को साथ लेकर चलें, क्योंकि फार्मर्स ही है जो एक अन्नदाता है, और अन्नदाता को हमें साथ लेकर चलना है, नई टेक्नोलॉजी का यूज़ करना है। और ये जो PAU ने ऑर्गेनाइज करी है, डॉक्टर संधू को मैं इसके लिए बहुत बहुत हार्दिक शुभकामनाएं देना चाहता हूँ। बहुत ही रेलिवेंट टॉपिक इन्होंने चुना है, और बहुत सारे जो एक्सपर्ट आए, इंडस्ट्री से आए हैं, फार्मर्स की हमने सुनी, रिसर्चर की हमने सुनी, तो जो वैरायटी ऑफ थॉट्स हमारे पास निकल कर आए हैं, आई एम श्योर उससे एक नई इंसाइट हमें मिली है, नए क्वेश्चन हमारे सामने आए हैं, और आने वाले टाइम में हम अपने आप को एक बेहतर स्थिति पर पाते हैं कि आने वाले समय में हम उन प्रॉब्लम्स को सोल्यूशन निकालने में ज़्यादा अच्छी तरह से सक्षम होंगे। थैंक यू सो मच।